ਜਿਹੜੇ ਪਬਲਿਸ਼ਰ ਨੇ ਉਹ ਵੀ ਬੜਾ ਲੋਕਾਂ ਲੇਖਕਾਂ ਦਾ ਲਹੂ ਚੂਸਣ ਵਾਸਤੇ ਬੈਠੇ ਉਹ ਲੋਕੋਂ ਇੰਨਾ ਲੁੱਟਦੇ ਨੇ ਮਤਲਬ ਜਿਹੜੇ ਲੇਖਕ ਵਿਚਾਰੇ ਆਪਣੇ ਜੇਬ ਤੋਂ ਜਾ ਕੇ ਕਿਤਾਬ ਛਪਾਉਂਦੇ ਉਹ ਕੀ ਕਰਦੇ ਨੇ ਉਹ ਇਹਨਾਂ ਦੇ ਪੈਸੇ ਪਹਿਲਾਂ ਤਾਂ ਲੈ ਕੇ ਕਿਤਾਬ ਛਾਪਦੇ ਨੇ ਪਹਿਲਾਂ ਤਾਂ ਉੱਥੋਂ ਇਹਨਾਂ ਨੂੰ ਲੁੱਟਦੇ ਨੇ ਫਿਰ ਉਹ ਇਹਨਾਂ ਨੂੰ ਦੱਸਦੇ ਨਹੀਂ ਵੇਚੀ ਬੂਚੀ ਜਾਂਦੇ ਨੇ ਲਾਇਬ੍ਰੇਰੀਅਨ ਜਾ ਕੇ ਸਟਾਕ ਸਿੱਟੀ ਜਾਂਦੇ ਨੇ ਉਹ ਬੜਾ ਮੁੜ ਕੇ ਮੈਂ ਗਿਆ ਤੇ ਹੁਣ ਉਹ ਆਪਦਾ ਉਹਦਾ ਦਫ਼ਤਰ ਵੀ ਥੋੜਾ ਜਿਹਾ ਪਹਿਲਾਂ ਵੱਡਾ ਹੋ ਗਿਆ ਕਾਰਪੂਰ ਜੀ ਚ ਵੀ ਘੁੰਮਣ ਲੱਗ ਗਿਆ ਹੈ ਤੇ ਆਪਣੇ ਆਪ ਨੂੰ ਵੱਡਾ ਪਬਲਿਸ਼ਰ ਵੀ ਮੰਨਦਾ ਤੇ ਮੇਰੇ ਕੋਲੋਂ ਪੱਲਾ ਝੜ ਗਿਆ ਜੀ ਮੈਂ ਤਾਂ ਗਰੀਬ ਆਦਮੀ ਹਾਂ ਜੀ ਤੇ ਇਹਨਾਂ ਨੇ ਮੇਰਾ ਅੱਜ ਤੱਕ ਕੋਈ ਪੈਸਾ ਵਾਪਸ ਨਹੀਂ ਕੀਤਾ ਬੜੀ ਇਹ ਚਮਕਿਦੜਾਂ ਬੈਠੀਆਂ ਨੇ ਜਿਹੜੀਆਂ ਲੇਖਕ ਤੇ ਪਾਠਕ ਜਿਹੜਾ ਇਹੀ ਇੱਕ ਰਿਸ਼ਤਾ ਹੈ ਹੋਰ ਕੋਈ ਰਿਸ਼ਤਾ ਨਹੀਂ ਹੈਗਾ ਮੈਂ ਮੰਨ ਕੇ ਚੱਲਿਆ ਸਾਡੇ ਨਾਲ ਪ੍ਰੋਫੈਸਰ ਦੱਤ ਜੀ ਮੌਜੂਦ ਨੇ ਤੇ ਉਹਨਾਂ ਦੇ ਅਸੀਂ ਪਹਿਲਾਂ ਨਿੱਜੀ ਜ਼ਿੰਦਗੀ ਦੇ ਬਾਰੇ ਗੱਲ ਕੀਤੀ ਹੈ ਤੇ ਹੁਣ ਅਸੀਂ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਗੱਲ ਕਰਾਂਗੇ ਕਿ ਕਿਵੇਂ ਉਹਨਾਂ ਨੇ ਇਸ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਕਿਵੇਂ ਉਹਨਾਂ ਨੂੰ ਲਿਖਣ ਦਾ ਸ਼ੌਂਕ ਪਿਆ ਸੋ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਤੁਸੀਂ ਕਵਿਤਾਵਾਂ ਵੀ ਲਿਖਦੇ ਹੋ ਦੋਹੇ ਅਤੇ ਟੱਪੇ ਵੀ ਲਿਖੇ ਨੇ ਤੁਸੀਂ ਇਹਨਾਂ ਨੂੰ ਇਹ ਤੁਸੀਂ ਕਿਵੇਂ ਸ਼ੁਰੂਆਤ ਕੀਤੀ ਜੀ ਇਹ ਬੜੀ ਲੰਬੀ ਹੈ ਪੂਰਾ ਸਫ਼ਰ ਹੈ ਇਹ ਵੀ ਨਾਲ ਦੀ ਨਾਲ ਗੱਲ ਚੱਲੀ ਹੈ ਪ੍ਰਦੀਪ ਏਦਾਂ ਹੋਇਆ ਕਿ ਅਸੀਂ ਉਹਨਾਂ ਦਿਨਾਂ ਜਦੋਂ ਅਸੀਂ ਪਿੰਡਾਂ 'ਚ ਸੀਗੇ ਤਾਂ ਉਹਨਾਂ ਦਿਨਾਂ 'ਚ ਤਾਂ ਮਨੋਰੰਜਨ ਦਾ ਸਾਧਨ ਸਿਰਫ ਸਾਹਿਤ ਹੁੰਦਾ ਸੀ ਤੇ ਅਸੀਂ ਸਾਡੀ ਜਦੋਂ ਸਾਨੂੰ ਛੁੱਟੀਆਂ ਹੁੰਦੀਆਂ ਸੀ ਗਰਮੀ ਦੀਆਂ ਤਾਂ ਅਸੀਂ ਆਪਣੇ ਲਾਇਬ੍ਰੇਰੀ ਸਕੂਲ ਦੀ ਸਾਰੀ ਖਾਲੀ ਕਰ ਦਿੰਦੇ ਸੀ ਜਸਵੰਤ ਸਿੰਘ ਕਮਲ ਹੁੰਦੇ ਨਾਨਕ ਸਿੰਘ ਤੋਂ ਪਹਿਲਾਂ ਫਿਰ ਜਸਵੰਤ ਸਿੰਘ ਕਮਲ ਉਹ ਤੋਂ ਬਾਅਦ ਫਿਰ ਜਿੰਨੇ ਵੀ ਲੇਖਕ ਹੋਏ ਮਤਲਬ ਅਸੀਂ ਉਹ ਪੜ੍ਹਨ ਤੋਂ ਉੱਥੋਂ ਗੱਲ ਸ਼ੁਰੂ ਹੋਈ ਅੱਛਾ ਉੱਥੋਂ ਫਿਰ ਕਵਿਤਾ ਦਾ ਮਤਲਬ ਜੇ ਕਵਿਤਾ ਬਾਰੇ ਨਾ ਮੈਂ ਪਤਾ ਨਹੀਂ ਲੋਕ ਇਹਦੇ ਬਾਰੇ ਕੀ ਸੋਚ ਜਾਣਗੇ ਮੈਨੂੰ ਲੱਗਦਾ ਕਿ ਸਿਰਫ ਇੱਕ ਥੌ ਹੁੰਦਾ ਜਿਹਨੂੰ ਆਪਾਂ ਅੰਗਰੇਜ਼ੀ ਚ ਇਹਦੇ ਵਾਸਤੇ ਸ਼ਬਦ ਹੈ ਨੈਕ KNACK ਨੈਕ ਹੁੰਦਾ ਥੌ ਤਾਂ ਇਹ ਥੌ ਹੈ ਜਿਹੜਾ ਤੁਸੀਂ ਪ੍ਰੋਬੈਬਲੀ ਆਪਣੇ DNA ਚ ਲੈ ਕੇ ਆਏ ਹੋ ਇਹ ਥੌ ਹੀ ਹੁੰਦਾ ਮਤਲਬ ਉਹ ਤੋਂ ਬਾਅਦ ਆਫ ਕੋਰਸ ਤੁਹਾਡਾ ਅਨੁਭਵ ਕੀ ਹੈ ਤੁਹਾਡੀ ਸਾਧਨਾ ਕੀ ਹੈ ਤੇ ਤੁਹਾਡਾ ਤੁਸੀਂ ਕਿੰਨਾ ਉਹਦੇ ਨਾਲ ਥੋੜਾ ਜਿਹਾ ਫਰਕ ਬਾਅਦ ਚ ਪੈਂਦਾ ਪਰ ਉਹ ਕਿਉਂਕਿ ਉਹ ਕਵਿਤਾ ਲਿਖਣ ਦਾ ਥੌ ਜਿਹਾ ਸੀਗਾ ਤੁਸੀਂ ਮੈਨੂੰ ਪਹਿਲਾਂ ਤੋਂ ਸ਼ੁਰੂ ਹੋ ਗਿਆ ਸੀਗਾ ਈਵਨ ਮੈਨੂੰ ਯਾਦ ਆ ਉਹਨਾਂ ਦਿਨਾਂ ਚ ਜਦੋਂ ਸਕੂਲ 'ਚ ਵੀ ਪੜ੍ਹਦੇ ਹੁੰਦੇ ਸੀ ਕਿ 5 ਦਰਿਆ ਰਸਾਲਾ ਨਿਕਲਦਾ ਹੁੰਦਾ ਸੀ ਫਿਰ ਪ੍ਰੀਤ ਲੜੀ ਹੁੰਦੀ ਸੀ ਤਾਂ ਉਹ ਕਵਿਤਾਵਾਂ ਉੱਥੋਂ ਸ਼ੁਰੂ ਹੋ ਗਈਆਂ ਕਿ ਲੈ ਵੀ ਐਟਲੀਸਟ ਇਹਦੇ 'ਚ ਲਿਖਿਆ ਕਿਤੇ ਇੱਕ ਅੱਧੀ ਵਾਰ ਮੇਰੀ ਕਵਿਤਾ ਪ੍ਰੀਤ ਲੜੀ ਛਪੀ ਵੀ ਮੈਨੂੰ ਯਾਦ ਹੈ ਉਹਨਾਂ ਦੇ ਹਾਂ ਨਹੀਂ ਉਹ ਬਸ ਉਹ ਨਾਲ ਰਹੀ ਹੈ ਗੱਲ ਤੇ ਬਸ ਇਦਾਂ ਇਹ ਸਫ਼ਰ ਚੱਲਦਾ ਰਿਹਾ ਤੇ ਬਸ ਉਹ ਫਿਰ ਨਜ਼ਮ ਜਿਹੜੀ ਸੀਗੀ ਫਿਰ ਅਖੀਰ ਨੂੰ ਦੇਖਣਾ ਤਿੰਨ ਕਿਸਮ ਦੀ ਪੋਇਟਰੀ ਹੁੰਦੀ ਹੈ ਇੱਕ ਹੁੰਦੀ ਹੈ ਰਿਦਮਿਕ ਪੋਇਟਰੀ ਜਿਹੜਾ ਆਪਾਂ ਰਾਈਮਡ ਪੋਇਟਰੀ ਹੁੰਦੀ ਹੈ ਰਾਈਮਡ ਜਿਵੇਂ ਗਜ਼ਲ ਹੈ ਇਹ ਰਾਈਮਡ ਜਾਂ ਗੀਤ ਰਾਈਮ ਵਿੱਚ ਹੁੰਦੀ ਹੈ ਦੂਸਰਾ ਇੱਕ ਰਿਦਮ ਹੁੰਦੀ ਹੈ ਰਿਦਮ ਚ ਨਾ ਜਿਹਨੂੰ ਆਪਾਂ ਬਲੈਂਕ ਵਰਸ ਕਹਿੰਦੇ ਤੇ ਤੀਸਰੀ ਜਿਹਨੂੰ ਆਪਾਂ ਸਿਰਖਿੰਡੀ ਕਵਿਤਾ ਹਾਸੀ ਚ ਕਹਿੰਦੇ ਨੇ ਖੁੱਲੀ ਕਵਿਤਾ ਕਿ ਤੁਸੀਂ ਪੈਨ ਲੈ ਕੇ ਬੈਠ ਜਾਓ ਲਿਖੀ ਜਾਓ ਜੋ ਮਨ ਚਾਹੁੰਦਾ ਤੇ ਇਹਦੇ ਚੋਂ ਮੈਂ ਫਿਰ ਫਾਈਨਲੀ ਮੇਰੀ ਜਿਹੜੀ ਬਲੈਂਕ ਵਰਸ ਹੈ ਉਹ ਮੇਰਾ ਕਵਿਤਾ ਦਾ ਮਤਲਬ ਮੇਰੀ ਚੋਣ ਰਹੀ ਕਿ ਕਵਿਤਾ ਐਟਲੀਸਟ ਬਲੈਂਕ ਵਰਸ ਹੋਣੀ ਚਾਹੀਦੀ ਹੈ ਅਸੀਂ ਲਿਖਦੇ ਚਲੇ ਗਏ ਕਿਤਾਬਾਂ ਲਿਖਦਾ ਸੀ ਤੇ ਉਹ ਫਿਰ ਮੇਰੀ ਪਹਿਲੀ ਕਿਤਾਬ 2005 ਚ ਚੰਡੀਗੜ੍ਹ ਸਾਹਿਤ ਅਕੈਡਮੀ ਵਾਲਿਆਂ ਨੇ ਉਹ ਖਰੜਾ ਮੰਗ ਕੇ ਉਹਨੂੰ ਵੈਲਿਊਏਟ ਕਰਕੇ ਉਹਨਾਂ ਨੂੰ ਛਾਪੀ ਸੀ 2005 ਚ ਉਹ ਮੇਰੀ ਕਵਿਤਾ ਦੀ ਕਿਤਾਬ ਹੈ ਮੈਂ ਵੀ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੇਰਾ ਇੱਕ ਹੋਰ ਵੀ ਮੈਂ ਦੇਖਿਆ ਅੱਜ ਕੱਲ ਇਹ ਵੀ ਇੱਕ ਬਹੁਤ ਬੜਾ ਤੁਸੀਂ ਮੰਨੋ ਕਿ ਮੈਂ ਤਾਂ ਇਹਨੂੰ ਮਤਲਬ ਗਿਰਾਵਟ ਦੀ ਨਿਸ਼ਾਨੀ ਮੰਨੂਗਾ ਕਿ ਲੋਕ ਅੱਜ ਕੱਲ ਇੱਕ ਪਬਲਿਸ਼ਰ ਇੱਕ ਬੜਾ ਕਲਿੱਕ ਹੈ ਜਿਹੜੇ ਪਬਲਿਸ਼ਰ ਨੇ ਉਹ ਵੀ ਬੜਾ ਲੋਕਾਂ ਲੇਖਕਾਂ ਦਾ ਲਹੂ ਚੂਸਣ ਵਾਸਤੇ ਬੈਠੇ ਉਹ ਲੋਕੋਂ ਇੰਨਾ ਲੁੱਟਦੇ ਨੇ ਮਤਲਬ ਜਿਹੜੇ ਲੇਖਕ ਵਿਚਾਰੇ ਆਪਣੇ ਜੇਬ ਤੋਂ ਜਾ ਕੇ ਕਿਤਾਬ ਛਪਾਉਂਦੇ ਉਹ ਕੀ ਕਰਦੇ ਨੇ ਉਹ ਇਹਨਾਂ ਦੇ ਪੈਸੇ ਪਹਿਲਾਂ ਤਾਂ ਲੈ ਕੇ ਕਿਤਾਬ ਛਾਪਦੇ ਨੇ ਪਹਿਲਾਂ ਤਾਂ ਉੱਥੋਂ ਇਹਨਾਂ ਨੂੰ ਲੁੱਟਦੇ ਨੇ ਫਿਰ ਉਹ ਇਹਨਾਂ ਨੂੰ ਦੱਸਦੇ ਨਹੀਂ ਵੇਚੀ ਬੂਚੀ ਜਾਂਦੇ ਨੇ ਲਾਇਬ੍ਰੇਰੀਅਨ ਜਾ ਕੇ ਸਟਾਕ ਸਿੱਟੀ ਜਾਂਦੇ ਨੇ ਉਹ ਬੜਾ ਪਬਲਿਸ਼ਰ ਜਿਹੜੀ ਲੌਬੀ ਹੈ ਨਾ ਇਹਦੇ ਵਿੱਚ ਬਹੁਤ ਲੋਕ ਜਿਹੜੇ ਨੇ ਉਹ ਮੈਂ ਕਹੂੰਗਾ ਕਿ ਉਹ ਜਿਹੜੇ ਆਪਾਂ ਕਹੀਏ ਨਾ ਜਿਹੜੇ ਲਹੂ ਪੀਣ ਵਾਲੀਆਂ ਜਿਹੜੀਆਂ ਹੁੰਦੀਆਂ ਨਸਲਾਂ ਇਹ ਨੇ ਇਹ ਪੰਜਾਬੀ ਦੇ ਖਾਸ ਤੌਰ ਤੇ ਹੋ ਰਿਹਾ ਮੈਨੂੰ ਇਹਨਾਂ ਬਾਰੇ ਮੈਂ ਦੇਖਿਆ ਮੈਂ 2-3 ਵਾਰ ਮੈਨੂੰ ਇਹ ਤਜਰਬਾ ਹੋਇਆ ਕਿਉਂਕਿ ਮੈਂ ਬਹੁਤ ਲੰਬੀ ਚੌੜੀ ਇਹ ਗੱਲ ਹੈ ਨਹੀਂ ਸੀ ਕਿਉਂਕਿ ਮੈਨੂੰ ਇਹ ਸੀਗਾ ਕਿ ਇੱਕ ਲੇਖਕ ਦਾ ਸਭ ਤੋਂ ਵੱਡੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਪਹਿਲਾਂ ਉਹਦੀ ਸਥਾਪਨਾ ਹੋਣੀ ਚਾਹੀਦੀ ਹੈ ਪਾਠਕਾਂ ਦੀ ਦੁਨੀਆ 'ਚ ਲੇਖਕ ਤੇ ਪਾਠਕ ਜਿਹੜਾ ਇਹੀ ਇੱਕ ਰਿਸ਼ਤਾ ਹੈ ਹੋਰ ਕੋਈ ਰਿਸ਼ਤਾ ਨਹੀਂ ਹੈਗਾ ਮੈਂ ਮੰਨ ਕੇ ਚੱਲਿਆ ਤੇ ਜਦੋਂ ਮੈਂ ਲਿਖਿਆ ਬਸ ਮੈਂ ਜਦੋਂ ਵੀ ਮੇਰੀਆਂ ਮੈਂ ਵੀ ਹਾਂ ਤੋਂ ਬਾਅਦ ਮੇਰੀ ਮਤਲਬ ਜਿਹੜੀ ਦੋਹਿਆਂ ਦੀ ਕਿਤਾਬ ਇੱਕ ਆਈ ਹੈ ਮੇਰੀ ਗੱਲ ਸੁਣ ਕੇ ਜਾ ਤੇ ਉਸ ਤੋਂ ਬਾਅਦ ਮੇਰੀ ਟੱਪਿਆਂ ਦੀ ਤੇ ਰੁਬਾਈਆਂ ਦੀ ਤੇ ਗਜ਼ਲਾਂ ਦੀ ਕਿਤਾਬ ਹੈ ਚਾਨਣ ਦੀ ਸਲਤਨਤ ਤੇ ਮੈਂ ਉਹ ਕਿਤਾਬਾਂ ਮੇਰੀਆਂ ਹੈਗੀਆਂ ਨੇ ਪਰ ਮੈਂ ਕਦੇ ਵੀ ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਲੋਕ ਕਿਵੇਂ ਵਿਚਾਰੇ ਪਹਿਲਾਂ ਤਾਂ ਕਵਿਤਾ ਛਪਾਉਂਦੇ ਨੇ ਫਿਰ ਉਹ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀਆਂ ਮਿੰਨਤਾਂ ਮੁੱਦਾਂ ਕਰਕੇ ਉਹਨਾਂ ਤੋਂ ਪਰਚਾ ਲਿਖਵਾਉਂਦੇ ਨੇ ਫਿਰ ਉਹ ਬਹੁਤ ਸਾਰਾ ਫੰਕਸ਼ਨ ਕਰਦੇ ਨੇ ਲੋਕਾਂ ਨੂੰ ਡੀਲੈਕਸ ਲੰਚ ਕਰਦੇ ਨੇ ਫਿਰ ਉਹ ਕਹਿੰਦੇ ਨੇ ਵੀ ਹੁਣ ਮੈਨੂੰ ਕਹੋ ਮੈਂ ਕਾਲੀਦਾਸ ਹੋ ਗਿਆ ਮੈਂ ਇਹ ਤਾਂ ਮੁਕਤ ਹੈ ਮੈਂ ਅੱਜ ਤੱਕ ਆਪਣੀ ਕਿਸੇ ਕਿਤਾਬ ਨੂੰ ਕਦੇ ਲਾਂਚ ਨਹੀਂ ਕੀਤਾ I have never launched any book ਹਾਂ ਬਸ ਉਹ ਮੈਨੂੰ ਇਹੀ ਹੈ ਕਿ ਐਕਸੈਪਟ ਮੈਂ ਜਿਵੇਂ ਨਾ ਇੱਕ ਤਾਂ ਮੈਂ ਕਿਤਾਬ ਛਪਾਉਣ ਤੋਂ ਪਹਿਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਦੋ ਜਿਹੜੇ ਦੂਸਰੇ ਮਾਧਿਅਮ ਨੇ ਪਹਿਲਾਂ ਤਾਂ ਸਿਰਫ ਅਖਬਾਰ ਮਾਧਿਅਮ ਹੁੰਦਾ ਸੀ ਤੇ ਹੁਣ ਤਾਂ ਅੱਜ ਕੱਲ ਫੇਸਬੁੱਕ ਹੋ ਗਈ ਇੰਨਾ ਕੁਝ ਹੋ ਗਿਆ ਤੇ ਮੇਰਾ ਹੀ ਮਰਜ਼ੀ ਹੁੰਦੀ ਹੈ ਕਿ ਮੇਰਾ ਕੱਲੀ ਜਿਹੜੀ ਰਚਨਾ ਉਹ ਪਾਠਕਾਂ ਤੱਕ ਜਾਣੀ ਚਾਹੀਦੀ ਹੈ ਉਹ ਇਹਨੂੰ ਐਕਸੈਪਟ ਕਰਨ ਜਾਂ ਰਿਜੈਕਟ ਕਰਨ ਅਪ ਟੂ ਦੈਮ ਤੇ ਜਦੋਂ ਕਾਫੀ ਦੇਰ ਏਦਾਂ ਲੱਗ ਜਾਂਦੀ ਉਹ ਤੋਂ ਬਾਅਦ ਕਿਤੇ ਮੈਂ ਸੋਚਦਾ ਹੁੰਦਾ ਕਿ ਮੈਂ ਜਿਵੇਂ ਫਾਰ ਐਗਜ਼ਾਮਪਲ ਦੋਹਿਆਂ ਦੀ ਮੈਂ ਪਹਿਲਾਂ ਨਜ਼ਮ ਲਿਖਦਾ ਸੀ ਤੇ ਦੋਹੇ ਮੇਰੇ ਖਾਬੋ ਖਿਆਲ ਚ ਨਹੀਂ ਸੀਗੇ
ਪਰ ਉਹ ਫਿਰ ਇੱਕ ਵਾਰ ਜਦੋਂ ਮੈਂ ਨਿਦਾ ਫਾਜ਼ਲੀ ਦੇ ਦੋਹੇ ਸੁਣੇ ਜਗਜੀਤ ਸਿੰਘ ਦੇ ਗਾਏ ਹੋਏ, ਫਿਰ ਮੈਨੂੰ ਪਤਾ ਲੱਗਿਆ ਕਿ ਯਾਰ ਪੰਜਾਬੀ 'ਚ ਦੋਹੇ ਹੋਣੇ ਚਾਹੀਦੇ ਨੇ। ਤੇ ਇਹ ਆਈਡੀਆ ਬਣਿਆ, ਤੇ ਆਈਡੀਆ ਦੇ ਵੀ 3 ਸਾਲ ਲੰਘ ਗਏ। 3 ਸਾਲ ਮੈਂ ਕੋਈ ਦੋਹਾ ਨਹੀਂ ਲਿਖਿਆ। ਅਚਾਨਕ ਇੱਕ ਦਿਨ ਸੁਬਾਹ ਇੱਕ ਦੋਹਾ ਮੈਂ ਤੈਨੂੰ ਸ਼ੇਅਰ ਕਰਦਾ ਹਾਂ ਕਿ ਅੰਬਰ ਤੇ ਕਾਲੀ ਘਟਾ, ਧਰਤੀ ਉੱਤੇ ਮੋਰ, ਦਿਲ ਤੋਂ ਦਿਲ ਤੱਕ ਆ ਰਹੀ ਕਣ ਦਿਸਦੀ ਡੋਰ। ਇੱਥੋਂ ਇੱਕ ਦੋਹਾ ਸ਼ੁਰੂ ਹੋਇਆ। ਸਵੇਰੇ ਸਵੇਰੇ ਸ਼ੇਵ ਕਰ ਰਿਹਾ ਸੀ, ਮੈਨੂੰ ਯਾਦ ਹੈ, ਮੈਨੂੰ ਆਈ ਰਿਮੈਂਬਰ ਦੈਟ ਮੋਮੈਂਟ। ਇਹ ਦੋਹਾ ਬਣਿਆ ਤੇ ਫਿਰ ਦੋਹੇ ਸ਼ੁਰੂ ਹੋਏ ਨਾ, ਯੂ ਵੁੱਡ ਬੀ ਸਰਪ੍ਰਾਈਜ਼ਡ। ਮੈਂ ਦੇਖਿਆ ਕਿ ਉਹ ਫਿਰ ਬਣਦੇ ਹੀ ਚਲੇ ਗਏ, ਤੇ ਉਹ ਫਿਰ ਮੈਂ ਕਿਤਾਬ ਨਹੀਂ ਛਪਾਈ। ਹਾਲਾਂਕਿ ਮੇਰੇ ਪੰਜਾਬੀ ਦੇ ਵੱਡੇ ਲੇਖਕ ਨੇ ਹਰਭਜਨ ਹਲਵਾਰ ਵੀ, ਉਹ ਮੇਰੇ ਬੜੇ ਕਲੋਜ਼ ਫਰੈਂਡ ਰਹੇ ਨੇ, ਉਹਨਾਂ ਦੇ ਐਡੀਟਰ ਸੀਗੇ ਅਖਬਾਰ ਦੇ। ਤੇ ਮੈਂ ਉਹਨਾਂ ਨੂੰ ਸਿਰਫ ਕਿਹਾ ਜੀ ਇਹਨਾਂ ਨੂੰ ਸੀਰੀਅਲਾਈਜ਼ ਤੁਸੀਂ ਕਰੋ, ਜੇ ਮਹੀਨੇ 'ਚ ਇੱਕ ਵਾਰ ਛਾਪ ਸਕਦੇ ਹੋ ਤੁਸੀਂ। 9 ਮੇਰਾ ਖਿਆਲ 9 ਦੋਹੇ ਉਹ ਇੱਕ ਮਹੀਨੇ ਛਾਪਦੇ ਰਹੇ, ਤੇ ਉਹ ਪਾਠਕਾਂ ਤੱਕ ਪਹੁੰਚ ਗਏ। ਤੇ ਮੈਨੂੰ ਉਹਨਾਂ ਨੇ ਸਮਾਂ ਕਿਹਾ ਵੀ ਯਾਰ ਤੂੰ ਕਿਤਾਬ ਛਪਾ, ਫਿਰ ਦੇਖ ਲਾ। ਉਹਨਾਂ ਨੇ ਮੈਨੂੰ ਵਿਚਾਰੇ ਸ਼ੁਭ ਚਿੰਤਕ ਸੀਗੇ, ਉਹਨਾਂ ਨੇ ਮੈਨੂੰ ਮਿਸਾਲ ਦਿੱਤੀ, ਉਹ ਕਿਤਾਬ ਛਪਾ ਲੈ, ਕਦਮ ਨਹੀਂ ਤਾਂ ਫਿਰ ਕੰਮ ਖਰਾਬ ਹੋ ਜਾਂਦਾ ਹੁੰਦਾ। ਉਹਨਾਂ ਨੇ ਵੀ ਇੱਕ ਮਿਸਾਲ ਦਿੱਤੀ ਕਿ ਪੰਜਾਬੀ ਦੇ ਕੋਈ ਸ਼ਾਇਰ ਦਿਓਲ ਹੋਏ ਨੇ, ਬੜੀ ਸੋਹਣੀ ਕਵਿਤਾ ਲਿਖਦੇ ਸੀ, ਉਹਨਾਂ ਨੂੰ ਉਹ ਯਾਦ ਸੀ। ਉਹ ਕਹਿੰਦੇ ਉਹ ਦਿਓਲ ਦੇਖ ਲਿਆ, ਉਹਦੀ ਡੈਥ ਵੀ ਹੋ ਗਈ, ਕਿਤਾਬ ਨਹੀਂ ਛਪੀ, ਸਮਥਿੰਗ ਲਾਈਕ ਦੈਟ। ਮੈਂ ਉਹਨਾਂ ਨੂੰ ਕਿਹਾ ਜੀ ਕੋਈ ਗੱਲ ਨਹੀਂ, ਆਪਣਾ ਤਾਂ ਇਹ ਪ੍ਰੋਜੈਕਟ ਇਦਾਂ ਹੀ ਆ ਵੀ ਪਾਠਕਾਂ ਤੱਕ ਗੱਲ ਪਹੁੰਚਦੀ ਰਹੇ। ਮੈਂ ਉਹਨਾਂ ਦੇ ਕਹੇ ਤੇ ਵੀ ਮੈਂ ਨਹੀਂ ਕਿਤਾਬ ਨਹੀਂ ਛਪਾਈ ਸੀ। ਉਹ ਦੋਹੇ, ਮੈਂ ਹੈਰਾਨ ਰਹਿ ਗਿਆ ਕਿ ਮੈਨੂੰ ਲੋਕਾਂ ਦੇ ਟੈਲੀਫੋਨ ਆਉਣ ਲੱਗੇ, ਜੀ ਦੋਹਾਂ ਦੀ ਕਿਤਾਬ ਦਾ ਨਾਂ ਦੱਸੋ, ਅਸੀਂ ਐਮਫਿਲ ਕਰਨੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਤਾਂ ਕਿਤਾਬ ਹੀ ਨਹੀਂ ਹੈਗੀ। ਤਾਂ ਜਦੋਂ ਇਹ ਸਿਲਸਿਲਾ ਹੋਇਆ, ਫਿਰ ਮੈਂ ਬਹੁਤ ਲੇਟ, ਤੁਹਾਨੂੰ ਕਮੀ ਲੱਗੀ ਕਿ ਵੀ ਕਿਤਾਬ ਨਹੀਂ, ਫਿਰ ਮੈਂ ਦੇਣਾ ਹੀ ਪਲਾਨ ਬੁੱਕ, ਫਿਰ ਉਹਦੇ ਤੇ ਕਿਤਾਬ ਆ ਗਈ, ਦੋਹਾਂ ਤੇ ਕਿਤਾਬ ਆ ਗਈ। ਤੇ ਦੋਹਾਂ ਤੇ ਉੱਥੋਂ ਹੁਣ ਪਬਲਿਸ਼ਰਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ। ਦੇਖ, ਪਹਿਲਾ ਪਬਲਿਸ਼ਰ ਮੈਂ ਨਹੀਂ ਗਿਆ ਇਹਨਾਂ ਕੋਲ ਕਦੇ, ਪਰ ਉਹ ਮੇਰੇ ਕੋਲ ਆ ਗਿਆ, ਵਿਚਾਰਾ ਯੰਗ ਪਬਲਿਸ਼ਰ ਸੀ, ਕਿ ਜੀ ਮੈਂ ਲਾਂਚ ਹੋਣਾ ਚਾਹੁੰਦਾ, ਤੁਸੀਂ ਮੇਰੀ ਹੈਲਪ ਕਰ ਦਿਓ, ਤੇ ਮੈਂ ਤੁਹਾਨੂੰ ਨਾ ਵੇਚਣ ਤੋਂ ਬਾਅਦ ਤੁਹਾਡੇ ਉਹ ਮੈਂ ਉਹਨੂੰ 15,000 ਰੁਪਏ ਉਹ ਮੇਰੇ ਕੋਲੋਂ ਲੈ ਗਿਆ, ਤੇ ਇਹ ਵਾਅਦਾ ਕਰਕੇ ਜੀ ਮੈਂ ਤੁਹਾਨੂੰ ਇਹ ਵਾਪਸ ਕਰੂੰਗਾ। ਤੇ ਬਸ ਭੁੱਲ ਗਿਆ, ਦੁਬਾਰਾ ਨਹੀਂ ਆਇਆ। ਇੱਕ ਹੋਰ ਇੱਥੇ ਚੰਡੀਗੜ੍ਹ ਚ ਪਬਲਿਸ਼ਰ ਹੈ, ਉਹ ਮੇਰੇ ਕੋਲ ਆਇਆ, ਘਰ ਆਇਆ ਕਿ ਜੀ ਦੋਹਾਂ ਦੀ ਕਿਤਾਬ ਛਾਪਣੀ ਹੈ। ਉਹ ਵੀ ਮੈਂ, ਕਿਉਂਕਿ ਮੇਰਾ ਮਨ ਬਣ ਗਿਆ ਕਿ ਚਲੋ ਨਾਲ ਯਾਰ ਉਹ ਟੱਪਾ ਜਾ ਦੋਹਾਂ ਤੋਂ ਬਾਅਦ। ਫਿਰ ਮੈਂ ਨਾ ਜਦੋਂ ਦੋਹੇ ਮੈਂ ਦੇਖਿਆ ਕਿ ਲੋਕਾਂ ਨੂੰ ਚੰਗੇ ਲੱਗੇ ਨੇ, ਫਿਰ ਮੈਂ ਉਹ ਟੱਪਿਆਂ ਦਾ ਐਕਸਪੈਰੀਮੈਂਟ ਸ਼ੁਰੂ ਕੀਤਾ। 5 ਕਿਸਮ ਦੇ ਟੱਪੇ ਪੰਜਾਬੀ 'ਚ ਲਿਖੇ ਜਾਂਦੇ ਨੇ, 5 ਕਿਸਮ ਦੇ। ਮੈਂ ਉਹ ਟੱਪੇ ਫਿਰ ਲਿਖਣੇ ਸ਼ੁਰੂ ਕੀਤੇ, ਉਹ ਮੇਰੇ ਕੋਲ ਪਏ ਸੀ। ਤਾਂ ਮੈਂ ਉਹ ਪਬਲਿਸ਼ਰ ਨੂੰ ਨਾਲ ਮੇਰੀ ਇੱਕ ਇਹ ਜਿਹੜੀ ਤੂੰ ਗੱਲ ਆਪਾਂ ਪਹਿਲਾਂ ਕਰਦੇ ਸੀ ਦਵਾਇਤ ਵੇਦਾਂਤ, ਉਹ ਇੱਕ ਕਿਤਾਬ ਮੇਰੇ ਕੋਲ ਤਿਆਰ ਸੀਗੀ, ਨਾਸਤਿਕਤਾ, ਧਾਰਮਿਕਤਾ ਤੇ ਅਧਿਆਤਮਿਕਤਾ। ਇਹ 2 ਕਿਤਾਬਾਂ ਮੈਂ ਉਹਨੂੰ ਨਾਲ ਕਹਿਤੀਆਂ ਵੀ ਯਾਰ ਇਹ ਵੀ ਚੱਲ ਹੁਣ ਛਾਪ ਦੇ। ਮੈਂ ਉਹ 3 ਕਿਤਾਬਾਂ ਛਪਾਈਆਂ ਇਕੱਠੀਆਂ। ਪਹਿਲੀ ਉਹ ਮੇਰੇ ਤੋਂ ਮੰਗਣ ਆਇਆ ਸੀ, ਦੂਜੀਆਂ ਮੈਂ ਕਹਿਤੀਆਂ, ਤਾਂ ਉਹਨੇ ਮੈਨੂੰ 20,000 ਦਾ ਬਿੱਲ ਦੇਤਾ। ਮੈਂ ਉਹਨੂੰ ਕਿਹਾ ਵੀ ਤੂੰ ਵਾਪਸ ਕਰੇਗਾ? ਕਹਿੰਦਾ ਜੀ ਹਾਂ ਮੈਂ ਤੁਹਾਨੂੰ ਵਾਪਸ ਕਰੂੰਗਾ। ਬਸ ਉਹ ਦਿਨ ਮੁੜ ਕੇ ਮੈਂ ਗਿਆ, ਤੇ ਹੁਣ ਉਹ ਉਹਦਾ ਦਫ਼ਤਰ ਵੀ ਥੋੜਾ ਜਿਹਾ ਪਹਿਲਾਂ ਨਾਲੋਂ ਵੱਡਾ ਹੋ ਗਿਆ, ਕਾਰਪੂਰ ਜੀ 'ਚ ਵੀ ਘੁੰਮਣ ਲੱਗ ਗਿਆ ਹੈ, ਤੇ ਆਪਣੇ ਆਪ ਨੂੰ ਵੱਡਾ ਪਬਲਿਸ਼ਰ ਵੀ ਮੰਨਦਾ। ਤੇ ਮੇਰੇ ਕੋਲੋਂ ਪੱਲਾ ਝੜ ਗਿਆ ਜੀ, ਮੈਂ ਤਾਂ ਗਰੀਬ ਆਦਮੀ ਹਾਂ ਜੀ, 7 ਤੋਂ ਪੈਸੇ ਏਦਾਂ ਕਰਦੇ ਨੇ ਜਿਹੜੇ ਪਬਲਿਸ਼ਰ ਮੇਰੇ ਨਾਲ ਹੋ ਗਿਆ। ਹਾਲਾਂਕਿ ਮੈਂ ਇੰਨਾ ਪ੍ਰੈਕਟੀਕਲ ਹੈ ਕਿ ਮੈਨੂੰ ਕੋਈ ਨਹੀਂ, ਮੈਂ ਆਪਣੇ ਦੌਰ ਇਹ ਵੀ ਉਹ ਨਵੇਂ ਮੰਨ ਕੇ, ਉਹ ਵੀ ਨਵਾਂ ਸੀ, ਇਹ ਵੀ ਨਵੇਂ ਪੜ੍ਹਨ ਦੀ ਦੁਹਾਈ ਪਾ ਰਿਹਾ ਸੀਗਾ। ਤੇ ਇਹਨਾਂ ਨੇ ਮੇਰਾ ਅੱਜ ਤੱਕ ਕੋਈ ਪੈਸਾ ਵਾਪਸ ਨਹੀਂ ਕੀਤਾ। ਬੜੀ ਇਹ ਚਮਕਿਦੜਾਂ ਬੈਠੀਆਂ ਨੇ ਜਿਹੜੀਆਂ ਪਬਲਿਸ਼ਰ ਵਾਲੀਆਂ, ਮੈਨੂੰ ਵਾਲੇ ਸ਼ਬਦ ਯੂਜ਼ ਕਰ ਰਹੇ। ਤੇ ਇਸ ਵਾਸਤੇ ਮੇਰਾ ਇਹੀ ਰਿਹਾ ਕਿ ਬਸ ਇੱਕੋ ਰਿਸ਼ਤਾ ਹੈਗਾ ਲੇਖਕ ਤੇ ਪਾਠਕ, ਤੇ ਜਿਹੜੇ ਲੇਖਕ ਨੂੰ ਪਾਠਕ ਨੇ ਸਥਾਪਿਤ ਕਰਤਾ, ਉਹਨੂੰ ਕੋਈ ਦੁਨੀਆ ਦੀ ਤਾਕਤ ਉਹਦੇ ਸਥਾਨ ਤੋਂ ਹੇਠਾਂ ਨਹੀਂ ਲੈ ਸਕਦੀ। ਤੇ ਜਿਹਨੂੰ ਪਾਠਕ ਨੇ ਨਹੀਂ ਸਥਾਪਿਤ ਕੀਤਾ, ਉਹਨੂੰ ਦੁਨੀਆ ਭਰ ਦੇ 100 ਕਈ ਬੁੱਧੀਜੀਵੀ ਜਿਹੜੇ ਯੂਨੀਵਰਸਿਟੀਆਂ 'ਚ ਬੈਠੇ ਨੇ, ਉਹ ਉਹਨੂੰ ਕਿਤੇ ਨਹੀਂ ਲਿਜਾ ਸਕਦੇ, ਉਹ ਵਿਚਾਰੇ ਉੱਥੇ ਹੀ ਰਹਿ ਜਾਂਦੇ ਨੇ। ਸਿੱਧੀ ਜੀ ਕਹਾਣੀ। ਸੋ ਇਹ ਮੇਰਾ ਮਤਲਬ। ਤੇ ਫਿਰ ਮੈਨੂੰ 50 ਸਾਲ ਹੋ ਗਏ ਅੰਗਰੇਜ਼ੀ ਪੜ੍ਹਾਉਂਦੇ ਨੂੰ, ਸੰਸਾਰਕ ਸਾਹਿਤ ਦੀਆਂ ਜਿਹੜੀਆਂ ਵਧੀਆ ਬਣਗੀਆਂ ਪੜ੍ਹੀਆਂ, ਮੈਨੂੰ ਥੋੜੀ ਜਿਹੀ ਅੰਡਰਸਟੈਂਡਿੰਗ ਬਣੀ ਕਿ ਇੱਕ ਚੰਗਾ ਸਾਹਿਤ ਹੁੰਦਾ, ਇੱਕ ਵਧੀਆ ਸਾਹਿਤ ਹੁੰਦਾ, ਇੱਕ ਮਹਾਨ ਸਾਹਿਤ ਹੁੰਦਾ। ਦੇਖੋ 3 ਟੀਚਰ ਇਹੋ ਜਿਹੀਆਂ ਗੱਲਾਂ ਤੁਹਾਨੂੰ ਦੱਸਦੇ ਨਹੀਂ ਕਿ ਵਾਟ ਇਜ਼ ਅ ਗੁੱਡ ਬੁੱਕ, ਵਾਟ ਇਜ਼ ਦ ਬੈਸਟ ਬੁੱਕ ਐਂਡ ਵਾਟ ਇਜ਼ ਅ ਗ੍ਰੇਟ ਬੁੱਕ। ਮੇਰੀ ਇਹਦੇ ਬਾਰੇ ਇੱਕ ਸਮਝ ਹੈ ਕਿ ਇਹਨਾਂ 'ਚ ਥੋੜਾ ਫਰਕ ਹੁੰਦਾ ਹੈ। ਗੁੱਡ ਬੁੱਕ ਕੀ ਹੁੰਦੀ ਹੈ, ਬੈਸਟ ਬੁੱਕ ਕੀ ਹੁੰਦੀ ਹੈ, ਤੇ ਗ੍ਰੇਟ ਬੁੱਕ ਕੀ ਹੁੰਦੀ ਹੈ। ਤਾਂ ਮੈਨੂੰ ਇਹ ਗੱਲ ਦੀ ਸਮਝ ਪਈ ਹੈ, ਤੇ ਏਦਾਂ ਬਸ ਪੜ੍ਹ ਰਹੇ ਹਾਂ ਤੇ ਏਦਾਂ ਲਿਖ ਰਹੇ ਹਾਂ ਆਪਣੇ। ਅਧਿਆਤਮਵਾਦ ਦੀ ਤੁਸੀਂ ਗੱਲ ਕਰ ਰਹੇ ਸੀਗੇ, ਤੇ ਉਹ ਤੁਸੀਂ ਕਿਵੇਂ ਲਿਖਣਾ ਸਟਾਰਟ ਕੀਤਾ? ਦੇਖ, ਉਹ ਐਕਚੁਅਲੀ ਕੀ ਹੁੰਦਾ ਹੈ ਕਿ ਇਹ ਤੁਹਾਡੀ ਸਮਝ, ਤੁਹਾਡੀ ਕਵਿਤਾ 'ਚ ਤੁਹਾਡੀ ਸਮਝ ਰਿਫਲੈਕਟ ਹੁੰਦੀ ਹੈ, ਜਿਹੜੀ ਤੁਹਾਡੀ ਅੰਡਰਸਟੈਂਡਿੰਗ ਹੋਗੀ। ਜਿਵੇਂ ਆਪਾਂ ਦੇਖੋ ਗੱਲ ਕੀ, ਮੇਰੀ ਇੱਕ ਆਪਾਂ ਮਤਲਬ ਜਿਵੇਂ ਮੈਂ ਕਨਵੈਨਸ਼ਨਲ ਹਿੰਦੂ ਯੰਗ ਮੈਨ ਹੁੰਦਾ ਸੀ 18 ਸਾਲ ਦੀ ਉਮਰ 'ਚ, ਮੈਂ ਕਨਵੈਨਸ਼ਨਲ ਬ੍ਰਾਹਮਣ ਯੂਥ ਸੀ। ਉਹ ਤੋਂ ਬਾਅਦ ਤੁਸੀਂ ਓਵਰਨਾਈਟ ਯੂ ਕਨਵਰਟਡ ਟੂ ਨਕਸਲਿਜ਼ਮ। ਉਹ ਤੋਂ ਬਾਅਦ ਲੇਟਰ ਔਨ ਤੁਸੀਂ ਜਦੋਂ ਤੁਸੀਂ ਟੀਚਰ ਬਣ ਗਏ, ਮਤਲਬ ਫਿਰ ਦੈਨ ਯੂ ਹੈਡ ਅ ਚਾਂਸ ਮਤਲਬ ਟੂ ਐਕਸਪਲੋਰ ਯੂਰ ਪਾਸਟ, ਜਿਹੜਾ ਹੈਗਾ ਕਿ ਤੁਹਾਡੇ ਉਹ ਜਿਹੜੇ ਪੁਰਾਣੇ ਜਿਹੜੇ ਦਰਸ਼ਨ ਨੇ ਉਹ ਤੁਹਾਨੂੰ ਕੀ ਕਹਿੰਦੇ, ਠੀਕ ਹੈ ਨਾ। ਤੇ ਉਸ ਹਿਸਾਬ ਨਾਲ ਸਫ਼ਰ ਚੱਲਦਾ ਰਿਹਾ। ਤੇ ਮੈਂ ਉਹਦੇ ਹਿਸਾਬ ਨਾਲ ਫਿਰ ਮੈਂ ਦੱਸਿਆ ਨਾ ਕਿ ਜਿਵੇਂ ਤੁਸੀਂ ਕਨਵੈਨਸ਼ਨਲ ਤੁਹਾਡਾ ਫੇਥ ਹੈ, ਉਹ ਤੁਸੀਂ ਗੱਲ ਸ਼ੁਰੂ ਕਰੀ, ਫਿਰ ਮਾਰਕਸਿਜ਼ਮ 'ਚ ਆ ਗਏ, ਫਿਰ ਤੁਸੀਂ ਅੱਗੇ ਅਗਲਾ ਸਟੈਪ। ਹੁਣ ਮਾਰਕਸਿਜ਼ਮ ਬਾਰੇ ਦੇਖ, ਫਿਰ ਮੈਂ ਜਿਹੜੀਆਂ ਗੱਲਾਂ ਕਹਿੰਦੀਆਂ ਮੈਨੂੰ ਪੱਕਾ ਪਤਾ ਹੈ ਕਿ ਮੈਨੂੰ ਮੇਰੇ ਜਿਹੜੇ ਪੁਰਾਣੇ ਮਾਰਕਸਿਸਟ ਸਾਥੀ ਨੇ ਉਹ ਮੈਨੂੰ ਕਹਿਣਗੇ ਪੁਰਜਵਾ ਹੋ ਗਿਆ ਜਾ ਕੇ, ਪਰ ਮੇਰੀ ਮਾਰਕਸਿਜ਼ਮ ਮੈਨੂੰ ਬੜੀ ਕਲੈਰਿਟੀ ਹੈ ਕਿ ਮਾਰਕਸ ਨੇ 2 ਬੜੀਆਂ ਕਮਾਲ ਦੀਆਂ ਗੱਲਾਂ ਕੀਤੀਆਂ।
ਉਹਨੇ ਐਡੀਆਂ ਕਮਾਲ ਦੀਆਂ ਦੋ ਗੱਲਾਂ ਕੀਤੀਆਂ। ਕਿਹੜੀ? ਨੰਬਰ 1, ਉਹਨੇ ਇਹ ਦੱਸਿਆ ਤੁਹਾਨੂੰ ਕਿ ਜ਼ਿੰਦਗੀ ਪ੍ਰਤੀ ਥੋੜਾ ਜਿਹੜਾ ਐਟੀਟਿਊਡ ਹੈ ਉਹ ਰੈਸ਼ਨਲ ਹੋਣਾ ਚਾਹੀਦਾ। ਰੈਸ਼ਨਲ ਐਟੀਟਿਊਡ ਹੋਣਾ ਚਾਹੀਦਾ ਤੁਹਾਡਾ ਜ਼ਿੰਦਗੀ ਦਾ। ਤੁਸੀਂ ਕੋਈ ਬਲਾਈਂਡ ਫੇਥ ਤੇ ਨਹੀਂ ਕੰਮ ਕਰਨਾ, ਤੁਹਾਡਾ ਜ਼ਿੰਦਗੀ ਦੇ ਪ੍ਰਤੀ ਰੈਸ਼ਨਲ ਐਟੀਟਿਊਡ ਹੋਣਾ ਚਾਹੀਦਾ। ਉਹਦੀ ਮਹਾਨ ਗੱਲ ਉਹਨੇ ਕੀਤੀ। ਦੂਜੀ ਗੱਲ ਉਹਨੇ ਕੀਤੀ ਸਮਾਜਿਕ ਇਨਸਾਫ ਦੀ, ਕਿ ਸਮਾਜਿਕ ਨਿਆਂ ਹੋਣਾ ਚਾਹੀਦਾ, ਸਭ ਨੂੰ ਸੁਵਿਧਾ। ਇਹ ਦੋ ਗੱਲਾਂ ਬੜੀਆਂ ਕਮਾਲ ਦੀਆਂ ਉਹਨੇ ਕੀਤੀਆਂ। ਜਿਹੜੀਆਂ ਦੋ ਗਲਤ ਗੱਲਾਂ ਹੋ ਗਈਆਂ ਉਹ ਕੀ ਹੋ ਗਈਆਂ ਕਿ ਇੱਕ ਤਾਂ ਮਾਰਕਸ ਨੇ ਸਾਰੇ ਲੋਕਾਂ ਦੇ ਦਿਮਾਗ 'ਚ ਗੱਲ ਪਾਤੀ ਕਿ ਪਹਿਲਾਂ ਪੋਲੀਟੀਕਲ ਪਾਵਰ ਰੱਖੋ ਤੁਸੀਂ। ਉਹ ਜਿਹੜਾ ਉਹਨੇ ਪੋਲਿਟਿਕਸ ਦਾ ਆਈਡੀਆ ਦਿਮਾਗ 'ਚ ਪਾਤਾ ਨਾ ਲੋਕਾਂ ਦੇ ਕਿ ਜੀ ਜਿੰਨਾ ਚਿਰ ਤੁਸੀਂ ਪੋਲੀਟੀਕਲ ਸਟੇਟ ਦਾ ਟੂਲ ਨਹੀਂ ਤੁਹਾਡੇ ਕੋਲ ਹੋਊਗਾ ਤੁਸੀਂ ਕੁਝ ਨਹੀਂ ਕਰ ਸਕਦੇ। ਉਹਦੇ ਨਾਲ ਤੁਸੀਂ ਦੇਖੀ ਫਿਰ ਮਾਰਕਸਿਜ਼ਮ ਤੋਂ ਪਹਿਲਾਂ ਕਈ ਕਿਸਮ ਦੀਆਂ ਮੂਵਮੈਂਟਾਂ ਹੁੰਦੀਆਂ ਸੀ, ਰਿਲੀਜੀਅਸ ਮੂਵਮੈਂਟ ਵੀ ਚੱਲਦੀ ਸੀ, ਸਮਾਜਿਕ ਮੂਵਮੈਂਟ ਵੀ ਚੱਲਦੀ ਸੀ, ਰਾਜਾ ਰਾਮ ਮੋਹਨ ਰਾਏ। ਪਰ ਮਾਰਕਸ ਤੋਂ ਬਾਅਦ ਜਿੰਨੇ ਵੀ ਸਮਾਜਿਕ, ਜਿਨ੍ਹਾਂ ਨੇ ਸਮਾਜ ਕੰਮ ਕਰਨਾ ਸੀ, ਜਿਨ੍ਹਾਂ ਨੇ ਬੌਧਿਕ ਕੰਮ ਕਰਨੇ ਸੀ, ਉਹ ਸਾਰੇ ਪੋਲੀਟੀਕਲ ਬੰਦੇ ਹੋ ਗਏ। ਸੋ ਮਾਰਕਸ ਨੇ ਇੱਕ ਤਾਂ ਬੰਦੇ ਨੂੰ ਪੋਲੀਟੀਕਲ ਬਣਾਤਾ। ਇਹ ਮਾਰਕਸ ਤੋਂ ਬਾਅਦ ਹੋਇਆ ਹੈ ਕਿ ਜਿਹੜੇ ਬੁੱਧੀਜੀਵੀ ਨੇ ਉਹ ਵੀ ਪੋਲੀਟੀਕਲ ਨੇ, ਜਿਹੜੇ ਧਾਰਮਿਕ ਲੀਡਰ ਨੇ ਉਹ ਵੀ ਪੋਲੀਟੀਕਲ ਨੇ, ਜਿਨ੍ਹਾਂ ਨੇ ਸਮਾਜਿਕ ਕੰਮ ਕਰਨਾ ਸੀ ਉਹ ਵੀ ਪੋਲਿਟਿਕਸ ਜਾ ਫਸੇ। ਤੋਂ ਇੱਕ ਤਾਂ ਮਾਰਕਸ ਨੇ ਸਭ ਨੂੰ ਇੱਕ ਨੂੰ ਪੋਲੀਟੀਕਲ ਬਣਾਤਾ। ਤੇ ਚੌਥੀ ਗੱਲ ਜਿਹੜਾ, ਕਿਉਂਕਿ ਮਾਰਕਸ ਨੇ ਆਦਮੀ ਦੀ ਜਿਹੜੀ ਅਧਿਆਤਮਿਕ ਡਾਇਮੈਂਸ਼ਨ ਹੈ ਉਹਦੀ ਗੱਲ ਨਹੀਂ ਕੀਤੀ ਤਾਂ ਬੰਦਾ ਕੰਜ਼ਿਊਮਰਿਸਟ ਐਨੀਮਲ ਹੋ ਗਿਆ। ਤੋਂ ਮਾਰਕਸ ਤੋਂ ਦੋ ਗੱਲਾਂ ਵਧੀਆ ਨਿਕਲੀਆਂ ਕਿ ਮਾਰਕਸ ਨੇ ਤੁਹਾਨੂੰ ਰੈਸ਼ਨਲ ਹੋਣ ਵਾਸਤੇ ਕਿਹਾ, ਸਮਾਜਿਕ ਨਿਆਂ ਵਾਸਤੇ ਕੰਮ ਕਰਨ ਵਾਸਤੇ ਕਿਹਾ, ਪਰ ਮਾਰਕਸ ਨੇ ਤੁਹਾਨੂੰ ਪੋਲੀਟੀਕਲ ਬਣਾਤਾ ਤੇ ਤੁਹਾਨੂੰ ਇੱਕ ਕੰਜ਼ਿਊਮਰਿਸਟ ਐਨੀਮਲ ਬਣਾਤਾ। ਠੀਕ ਹੈ, ਇਹ ਦੋ ਗੱਲਾਂ ਨੈਗੇਟਿਵ ਨੇ ਤੇ ਇਹ ਉਹਦੇ ਚੋਂ ਨਿਕਲੇ। ਇੱਥੋਂ ਦੇਖੋ ਹੁਣ ਅਧਿਆਤਮਵਾਦ ਵੀ ਇਹ ਬੜਾ ਟ੍ਰਿਕੀ ਏਰੀਆ। ਇਹਦੇ ਬਾਰੇ ਵੀ ਅਧਿਆਤਮਵਾਦ ਨੂੰ ਵੀ ਅੰਧ ਵਿਸ਼ਵਾਸ ਨਾਲ ਜੋੜਿਆ ਜਾਂਦਾ ਹੈ। ਪਰ ਮੈਂ ਕਹਿੰਦਾ ਕਿ ਜਿਹੜੇ ਨਾਸਤਿਕ ਨੇ ਜਾਂ ਜਿਹੜੇ ਆਸਤਿਕ ਨੇ ਉਹਨਾਂ ਵਾਸਤੇ ਇਹ ਤੀਜੀ ਲਾਈਨ ਹੈ ਕਿ ਦੋਨੋਂ ਲੋਕ ਅਧਿਆਤਮਿਕ ਹੋ ਸਕਦੇ ਨੇ। ਤੇ ਉੱਥੇ ਬੜੀ ਕੰਕਰੀਟ ਅਧਿਆਤਮ ਕੌਣ ਹੈ? ਫਿਰ ਮੇਰੇ ਬੜੀ ਸਿੰਪਲ ਡੈਫੀਨੇਸ਼ਨ ਹੈ। ਮੇਰੀ ਅਧਿਆਤਮ ਦੀ ਡੈਫੀਨੇਸ਼ਨ ਪਤਾ ਕੀ ਹੈ ਕਿ ਬਾਹਰੋਂ ਦੋ, ਤੁਸੀਂ ਸਾਰੀ ਜ਼ਿੰਦਗੀ ਤੁਹਾਨੂੰ ਬਾਹਰੋਂ ਦੋ ਕਿਸਮ ਦੀਆਂ, ਤੁਹਾਨੂੰ ਇੱਕ ਪਾਸੇ ਫਰੈਂਡਲੀਨੈਸ ਹੋਣੀ ਹੈ, ਅਨਫਰੈਂਡਲੀਨੈਸ। ਤੁਹਾਨੂੰ ਬਾਹਰ ਜਿੱਥੇ ਵੀ ਤੁਸੀਂ ਹੋ ਤੁਹਾਨੂੰ ਫਰੈਂਡਲੀ ਲੋਕ ਮਿਲਣਗੇ, ਅਨਫਰੈਂਡਲੀ ਮਿਲਣਗੇ। ਤੇ ਤੁਹਾਡੇ ਅੰਦਰ ਗਰੀਡ ਹੋਊਗਾ, ਫੀਅਰ ਹੋਊਗਾ। ਦੋ ਫੋਰਸ ਬਾਹਰੋਂ ਆਉਂਦੇ ਨੇ, ਦੋ ਤੁਹਾਡੇ ਅੰਦਰ ਨੇ। ਜਿਹੜਾ ਬੰਦਾ ਇਹਨਾਂ ਦੇ ਵਿੱਚ ਟਿਕ ਕੇ ਰਹਿਣਾ ਸਿੱਖ ਗਿਆ ਉਹ ਬੰਦਾ ਅਧਿਆਤਮਵਾਦੀ। ਮੇਰੀ ਅਧਿਆਤਮਵਾਦ ਦੀ ਡੈਫੀਨੇਸ਼ਨ ਵੀ ਬੜੀ ਕੰਕਰੀਟ ਹੈ। ਮੈਂ ਅਧਿਆਤਮਵਾਦ ਨੂੰ ਐਵੇਂ ਨਹੀਂ ਕੋਈ ਮੰਨਦਾ ਹਵਾਈ ਗੱਲ ਕੇ ਪਤਾ ਨਹੀਂ, ਜਿਵੇਂ ਨਾ ਕਈ ਲੋਕ ਕਹਿੰਦੇ ਨੇ ਕੋਈ ਉੱਪਰ ਦੀ ਸਵਰਗ ਹੈ, ਉੱਪਰ ਦੀ ਸੱਚਖੰਡ ਹੈ, ਉੱਪਰ ਇਹ ਹੈ ਉਹ। I don't believe in those things। ਮੈਂ ਤਾਂ ਕਹਿੰਦਾ ਆਹੀ ਓਪਰਚੁਨਿਟੀ ਹੈ। ਇੱਥੇ ਹੀ ਤੁਸੀਂ, ਜੇ ਤੁਹਾਡੀ ਚੋਣ ਠੀਕ ਹੈ, ਜੇ ਤੁਹਾਡੀ ਪ੍ਰਾਰਥਨਾ ਠੀਕ ਹੈ, ਤੁਸੀਂ ਇਹ ਦੋ ਜਿਹੜੇ ਫੋਰਸਸ ਬਾਹਰੋਂ ਆ ਰਹੇ ਨੇ, ਦੋ ਜਿਹੜੇ ਤੁਹਾਡੇ ਅੰਦਰ ਨੇ, ਇਹਨਾਂ 'ਚ ਆਪਣੀ ਚੋਣ ਤੇ ਆਪਣੀ ਪ੍ਰਾਰਥਨਾ ਨਾਲ ਟਿਕ ਕੇ ਰਹਿਣਾ ਸਿੱਖੋ। ਤੁਸੀਂ ਅਧਿਆਤਮਿਕ ਢੰਗ ਨਾਲ ਗਰੋ ਕਰ ਰਹੇ ਹੋ। ਕਦੇ ਆਪਣੀ ਜ਼ਿੰਦਗੀ 'ਚ ਦੇਖੀ ਤੈਨੂੰ ਬਹੁਤ ਧਾਰਮਿਕ ਲੋਕ ਮਿਲਣਗੇ, ਤੈਨੂੰ ਬਹੁਤ ਨਾਸਤਿਕ ਲੋਕ ਮਿਲਣਗੇ। ਉਹਨਾਂ ਨੂੰ ਵਾਚ ਕਰੀ, ਸਾਲਾਂ ਦੇ ਸਾਲ ਲੰਘ ਜਾਂਦੇ ਨੇ, ਉਹੋ ਜਿਹੇ ਰਹਿੰਦੇ ਨੇ। ਜਿਹੜਾ ਮੰਦਿਰ ਜਾਂਦਾ ਉਹ ਆਪਣੀ ਜਾਂਦਾ ਰਹੂਗਾ, ਪਾਣੀ ਵੀ ਚੜਾਊਗਾ, ਗੁਰਦੁਆਰੇ ਵੀ ਜਾਂਦਾ ਰਹੂਗਾ, ਪਰ ਘਰ ਆ ਕੇ ਨੂੰਹ ਦੇ ਨਾਲ ਲੜ ਪਊਗਾ ਦਾਲ 'ਚ ਨੂਨ ਪਿੱਛੇ, ਜਾਂ ਮੁੰਡੇ ਨੂੰ ਗਾਲਾਂ ਕੱਢਣ ਲੱਗ ਜੂਗਾ। ਉਹ ਜਿਹੜੇ ਧਾਰਮਿਕ ਤੇ ਨਾਸਤਿਕ ਲੋਕ ਨੇ ਉਹਨਾਂ ਦਾ ਉਹ ਢਰੇ 'ਚ ਫਸ ਕੇ ਰਹਿ ਜਾਂਦੇ ਨੇ, ਉਹ ਗਰੋ ਨਹੀਂ ਕਰਦੇ। ਜਿਹੜਾ ਅਧਿਆਤਮਿਕ ਬੰਦਾ ਹੈ ਜਿਹਨੇ ਦੇਖਣਾ ਕਿ ਬਾਹਰੋਂ ਜਿਹੜੀ ਫਰੈਂਡਲੀਨੈਸ ਆ ਰਹੀ ਹੈ, ਅਨਫਰੈਂਡਲੀਨੈਸ ਆ ਰਹੀ ਹੈ, ਅੰਦਰ ਜਿਹੜਾ ਗਰੀਡ ਹੈ ਤੇ ਫੀਅਰ ਮੇਰੇ ਨਾਲ ਨੇ, ਇਹਨਾਂ 'ਚ ਮੈਂ ਟਿਕ ਕੇ ਕਿਵੇਂ ਜਿਉਣਾ ਹੈ, ਇਹ ਜਿਹੜੀ ਸਾਧਨਾ ਹੈ ਇਹਨੂੰ ਆਪਾਂ ਅਧਿਆਤਮਵਾਦ ਕਹਿੰਦੇ ਹਾਂ। ਤੇ ਅੱਜ ਕੱਲ ਤੁਸੀਂ ਕੋਈ ਬੁੱਕ ਲਿਖ ਰਹੇ ਹੋ? ਮੈਂ ਨਾ ਮਤਲਬ ਉਹੀ ਮੈਂ ਤੁਹਾਨੂੰ ਦੱਸਿਆ ਨਾ ਕਿ ਜਿਵੇਂ ਮੈਂ 3 ਕਿਤਾਬਾਂ ਜਿਹੜੀਆਂ ਛਪਾਈਆਂ ਸੀ, ਮੇਰੀ ਗੱਲ ਸੁਣ ਕੇ ਜਾ। ਦੋਆਂ ਵਾਲੀ ਕਿਤਾਬ, ਦੂਸਰੀ ਸੀਗੀ ਚਾਨਣ ਦੀ ਸਲਤਨਤ ਜਿਹਦੇ 'ਚ ਟੱਪੇ ਰਬਾਈਆਂ ਤੇ ਗਜ਼ਲਾਂ ਨੇ, ਤੇ ਤੀਸਰੀ ਉਦੋਂ ਮੈਂ ਇੱਕ ਪੰਜਾਬੀ 'ਚ ਲਿਖੀ ਸੀਗੀ। ਮੈਂ ਦੇਖਿਆ ਨਾ, ਇਨਫੈਕਟ ਜਿਹੜੇ ਫੇਥ ਨੇ ਉਹ ਇਹ ਨਹੀਂ ਹੁੰਦਾ ਕਿ ਤੁਸੀਂ ਧਾਰਮਿਕ ਹੋ ਜਾਂ ਨਾਸਤਿਕ ਹੋ। ਮੈਂ ਸੋਚਦਾ ਕਿ ਨੋ, ਦੇयर इज अ ਥਰਡ ਮੋਡ ਆਲਸੋ। ਇਹ ਥਰਡ ਮੋਡ ਅਦਵੈਤ ਵੇਦਾਂਤ ਚੋਂ ਨਿਕਲਦਾ ਹੈ ਕਿ ਤੁਸੀਂ ਧਾਰਮਿਕ ਹੋ ਸਕਦੇ ਹੋ, ਨਾਸਤਿਕ ਹੋ ਸਕਦੇ ਹੋ, ਪਰ ਤੁਸੀਂ ਅਧਿਆਤਮਿਕ ਹੋ। ਅਧਿਆਤਮਿਕ ਹੋਣਾ ਇਹ ਹੈ ਏਦਾਂ ਜਿਉਣਾ, ਇੰਨੀ ਸਮਝ ਨਾਲ ਜਿਉਣਾ। ਠੀਕ ਹੈ ਨਹੀਂ? ਮਤਲਬ ਇਹਦੇ ਬਾਰੇ ਮੈਂ ਉਹ ਪੰਜਾਬੀ 'ਚ ਕਿਤਾਬ ਲਿਖੀ ਹੋਈ ਹੈ। 60 ਪੇਜ ਦੀ ਕਿਤਾਬ ਹੈ, ਉਹ 64 ਪੇਜ ਦੀ ਕਿਤਾਬ ਹੈ। ਉਹ ਵੀ ਵਿਕੀ ਹੈ, ਉਹ ਮੇਰੇ ਪਬਲਿਸ਼ਰ ਨੇ ਵੇਚੀ ਉਹੀ, ਜਿਹੜਾ ਮਤਲਬ ਮੇਰੇ ਤੋਂ 20,000 ਰੁਪਏ ਲੈ ਗਿਆ ਤੇ ਮੁੱਕਰ ਗਿਆ, ਮੁੜ ਕੇ ਹੱਥ ਖੜੇ ਕਰ ਗਿਆ। ਅੱਛਾ, ਤੇ ਉਹ ਪਰ ਉਹਦੀ ਮੈਂ ਹੁਣ ਅੰਗਰੇਜ਼ੀ, ਮੈਂ ਉਹਨੂੰ ਇੱਕ ਥੋੜੀ ਜਿਹੀ ਨਵੀਂ ਵਰਸ਼ਨ ਦਿੱਤੀ ਹੈ। ਮੇਰੀ ਇੱਕ ਨਾ ਅੰਗਰੇਜ਼ੀ ਦੀ ਕਿਤਾਬ ਤਿਆਰ ਹੈ, ਉਹਦਾ ਟਾਈਟਲ ਹੈ ਦ ਟੀਚਰ। ਬਾਈਲਾਈਨ ਉਹਦੀ ਹੈਗੀ ਹੈ ਆਪਣੇ ਰਿਲੀਜਨ, ਅਥੀਜ਼ਮ ਐਂਡ ਸਪਿਰਿਚੁਅਲਿਟੀ। ਇਹ ਮੇਰੀ ਕਿਤਾਬ ਤਿਆਰ ਹੈ, ਕੋਈ 100 ਪੇਜ ਦੀ ਅੰਗਰੇਜ਼ੀ 'ਚ ਕਿਤਾਬ ਤਿਆਰ ਹੈ। ਬੜੀ ਨੀਟ ਕਿਤਾਬ ਹੈ। ਇਹਦੇ 'ਚ ਪਰਸਨੈਲਿਟੀ ਡਿਵੈਲਪਮੈਂਟ ਵਾਸਤੇ ਬੜੀ ਕਮਾਲ ਦੀ ਮਤਲਬ ਇਹ ਸੋਰਸ ਹੋ ਸਕਦਾ ਹੈ। ਉਹ ਮੈਂ ਉਹ ਕਈ ਦੋਸਤਾਂ ਦੇ ਤੋਂ ਰਾਏ ਲੈ ਲਈ ਉਹਦੇ ਬਾਰੇ। ਆਈ ਐਮ ਗੈਟਿੰਗ ਪੀਪਲ ਨੰਬਰ ਜਿਹੜੇ ਕਲੋਜ਼ ਫਰੈਂਡਸ ਨੇ, ਤੇ ਉਹ ਕਿਤਾਬ ਮੇਰੀ ਤਿਆਰ ਹੈ। ਉਹ ਮੇਰਾ ਖਿਆਲ ਮੈਂ ਐਤਕੀ ਅੰਗਰੇਜ਼ੀ 'ਚੋਂ ਕਿਤਾਬ ਆਊਗੀ। ਹਾਂ, ਮਤਲਬ ਬਹੁਤ 2-4 ਮਹੀਨੇ। ਦ ਟੀਚਰ ਉਹਦਾ ਟਾਈਟਲ ਹੈ, ਦ ਟੀਚਰ, ਰਿਲੀਜਨ, ਅਥੀਜ਼ਮ ਐਂਡ ਸਪਿਰਿਚੁਅਲਿਟੀ। ਇਹ ਉਹ ਕਿਤਾਬ ਤਿਆਰ ਹੈ, ਅੰਗਰੇਜ਼ੀ ਤਿਆਰ ਹੈ।